ਇਹ ਪ੍ਰੋਪਰ ਤਰੀਕੇ ਨਾਲ ਇਹਦੀ ਬਾਂਹ ਕੰਮ ਨਹੀਂ ਕਰਦੀ। ਤੁਸੀਂ ਇਹਦਾ ਆਪਰੇਟ ਕਰਾ ਲਓ। ਹੁਣ ਮੇਰੀ सर्जरी हो जाती पई आ, लेकिन सर्जरी करवाने के बाद भी मेरा हाथ काम नहीं कर रहा है। ਇਹ ਬਹੁਤ ਹੀ ਔਖੀ ਸਰਜਰੀਜ਼ ਹੁੰਦੀਆਂ ਨੇ ਤੇ ਇੱਕ ਸਪੈਸ਼ਲਾਈਜ਼ਡ ਸੈਂਟਰ ਦੇ ਵਿੱਚ ਹੀ ਪਰਫਾਰਮ ਕੀਤੀਆਂ ਜਾਂਦੀਆਂ ਨੇ। ਪਲਸਤਰ ਖੁੱਲ੍ਹਣ ਤੋਂ ਬਾਅਦ ਬਾਂਹ ਅੱਗੇ ਨਾਲੋਂ ਵਧੀਆ ਕੰਮ ਕਰਨ ਲੱਗ ਜੂਗੀ। ਜਿਹੜੀ ਆ ਮੇਰੇ ਲਿਟਲ ਫਿੰਗਰ ਦੇ ਫ੍ਰੈਕਚਰ ਸੀ ਉਹਨੂੰ ਸਹੀ ਕੀਤਾ। अब मेरे हाथ में हल्की हल्की मूवमेंट आ रही है। इस मैसेज को, इस वीडियो को आप बढ़ाएं आगे ताकि लोगों तक ये पहुंचे। नमस्कार, सत श्री अकाल। मेरा नाम डॉक्टर अभिजीत वाहेगांवकर है और ये मेरे कलीग डॉक्टर तरुणदीप सिंह है। आज बड़ा आनंद हो रहा है कि तीसरी बार हमने रणजीत हॉस्पिटल जलंधर में हैंड सर्जरी का एक स्पेशलिटी कैम्प लगाया। 2 दिनों में हमने बड़े दिलचस्प ऑपरेशन किए हैं जो काफ़ी चैलेंजिंग, काफ़ी प्रॉब्लमेटिक थे पेशेंट के लिए, और मुझे बड़ी खुशी हो रही है कि हमने उनके लिए कुछ आशा की किरण हम ला पाएँ उनकी ज़िंदगी में, जिससे उनकी जीवन शैली सुधर जाए, जिनसे उनका हाथ का दर्द जो है वो कम हो जाए। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਸਤਨਾਮ ਸਿੰਘ ਆ ਤੇ ਮੈਂ ਇੱਕ ਲੁਧਿਆਣਾ ਦਾ ਵਾਸੀ ਹਾਂ। ਮੇਰਾ ਬੇਟਾ ਜੋ ਕਿ ਫਤਿਹ ਸਿੰਘ, ਇਹਦੀ ਉਮਰ 5 ਸਾਲ ਆ। ਡਿਲੀਵਰੀ ਟਾਈਮ ਤੋਂ ਹੀ ਇਹਦੀ ਬਾਂਹ ਖਿੱਚ ਦਿੱਤੀ ਸੀਗੀ, ਜਿਸ ਨਾਲ ਇਹਦੀ ਬਾਂਹ ਨੋਰਮਲ ਬਾਂਹ ਵਾਂਗੂ ਕੰਮ ਨਹੀਂ ਕਰਦੀ। ਤੇ ਮੈਂ ਡਾਕਟਰ ਤਰੁਣਦੀਪ ਸਿੰਘ ਜੀ ਦੀ ਵੀਡੀਓ ਦੇਖੀ ਸੀਗੀ। ਵੀਡੀਓ ਦੇਖ ਕੇ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਪੂਰਾ ਹੌਸਲਾ ਤੇ ਵਿਸ਼ਵਾਸ ਦਿੱਤਾ, ਤੁਹਾਡੇ ਬੱਚੇ ਦੀ ਬਾਂਹ ਠੀਕ ਕਰ ਦਾਂਗੇ। ਤੇ ਇਹਨਾਂ ਕੋਲ ਮੈਂ ਅੱਜ ਹਸਪੀਟਲ ਆਇਆ। ਇਹ ਪ੍ਰੋਪਰ ਤਰੀਕੇ ਨਾਲ ਇਹਦੀ ਬਾਂਹ ਕੰਮ ਨਹੀਂ ਕਰਦੀ। इस बार ही एक बड़ा जो चैलेंजिंग जो ऑपरेशन था वो एक छोटे बच्चे में था जो 4.5 साल का है, और इसको ऑब्स्टेटिकल ब्रेकियल प्लेक्सस या तो बर्थ पॉलिसी हम जिसे कहते हैं, ये प्रॉब्लम था। डिलीवरी के बाद जो है नसें जो डैमेज हो जाती हैं उसकी वजह से इस बच्चे के हाथ में कमज़ोरी थी। ये कंधे में से बाजू उठा नहीं पा रहा था, ना ही कोहनी में उसको पूरी तरह से हाथ सीधा हो रहा था, लेकिन हाथों में काफ़ी अच्छी ताकत है। इस प्रॉब्लम में डिलीवरी के बाद जो नसें खिंच जाती हैं उसकी वजह से हाथ में या तो पैरालिसिस या तो वीकनेस आ जाता है। ਅਸੀਂ ਇੱਕ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨਾ ਚਾਹਾਂਗੇ ਕਿ ਜੇ ਕੋਈ ਵੀ ਇਹੋ ਜਿਹਾ ਬੱਚਾ ਹੈ ਜੋ ਕਿ ਬਾਂਹ ਦੀ ਕਮਜ਼ੋਰੀ ਨਾਲ ਪੈਦਾ ਹੁੰਦਾ ਹੈ, ਉਹ ਆ ਕੇ ਇੱਕ ਸਪੈਸ਼ਲਾਈਜ਼ਡ ਸੈਂਟਰ 'ਚ ਆਪਣੇ ਬੱਚੇ ਨੂੰ ਲੈ ਕੇ ਜ਼ਰੂਰ ਆਉਣ ਤੇ ਕਿਸੇ ਹੈਂਡ ਸਰਜਨ ਨੂੰ ਮਿਲਣ ਤਾਂ ਕਿ ਉਹਦਾ ਇਲਾਜ ਹੋ ਸਕੇ। ਜੇ 6 ਮਹੀਨੇ ਦੇ ਵਿੱਚ ਉਹ ਬੱਚਾ ਆਪਣੀ ਬਾਂਹ ਨੂੰ ਇਸ ਤਰ੍ਹਾਂ ਨਹੀਂ ਚੱਕ ਪਾਉਂਦਾ ਗ੍ਰੈਵਿਟੀ ਦੇ ਅਗੇਂਸਟ, ਤੇ ਅਸੀਂ ਉਹਨੂੰ ਇੰਡੀਕੇਸ਼ਨ ਕਹਿੰਦੇ ਆ ਕਿ ਇੱਕ ਸਰਜਰੀ ਦੇ ਨਾਲ ਉਹਨੂੰ ਫਾਇਦਾ ਮਿਲਦਾ ਹੈ। ਸ਼ੁਰੂ ਦੇ ਵਿੱਚ ਇਹਦੇ ਵਿੱਚ ਕਈ ਤਰ੍ਹਾਂ ਦੀ ਸਰਜਰੀਜ਼ ਹੁੰਦੀਆਂ ਜਿਹੜੀਆਂ ਕਿ ਨਸਾਂ ਨੂੰ ਅਸੀਂ ਜੋੜ ਦਿੰਦੇ ਆ ਤਾਂ ਕਿ ਜਿਹੜੀਆਂ ਕਮਜ਼ੋਰ ਨਸਾਂ ਨੇ ਉਹ ਫੇਰ ਤੋਂ ਚੱਲ ਸਕਣ ਅਤੇ ਬਾਂਹ ਦੇ ਵਿੱਚ ਸੁਧਾਰ ਆ ਸਕੇ। ਪਰ ਬਹੁਤ ਦੁੱਖ ਵਾਲੀ ਗੱਲ ਹੈ ਕਿ ਬਹੁਤ ਲੋਕਾਂ ਨੂੰ ਇਹ ਆਪਰੇਸ਼ਨਾਂ ਬਾਰੇ, ਸਰਜਰੀਜ਼ ਬਾਰੇ ਪਤਾ ਨਹੀਂ ਹੁੰਦਾ ਅਤੇ ਪੇਰੈਂਟਸ ਜਿਹੜੇ ਨੇ ਤੇ ਉਹ ਸਾਡੇ ਕੋਲ ਬਹੁਤ ਲੇਟ ਆਉਂਦੇ। ਜਿੱਦਾਂ ਇਹ ਬੱਚਾ ਉਹ ਵੀ 4.5 ਸਾਲ ਦੇ ਵਿੱਚ ਆਇਆ ਸੀਗਾ। ਇਹੋ ਜਿਹੇ ਕੇਸਿਸ ਦੇ ਵਿੱਚ ਵੀ ਅਸੀਂ ਆਪਰੇਸ਼ਨਸ ਇਹੋ ਜਿਹੇ ਕਰਦੇ ਹਾਂ ਜਿਹਦੇ ਨਾਲ ਬੱਚੇ ਦੀ ਜ਼ਿੰਦਗੀ ਸੁਧਾਰ ਆ ਸਕਦਾ। ਇਸ ਬੱਚੇ ਦੇ ਵਿੱਚ ਅਸੀਂ ਮਸਲ ਟ੍ਰਾਂਸਫਰ ਸਰਜਰੀ ਕੀਤੀ ਹੈ, ਜਿਹੜਾ ਕਿ ਇੱਕ ਜੀਵਿਤ ਮਸਲ, ਬਹੁਤ ਸਟਰੋਂਗ ਮਸਲ ਸੀਗਾ, ਉਹਨੂੰ ਹੁਣ ਅਸੀਂ ਲੈ ਕੇ ਉਹ ਮੋਢੇ ਦੀ ਥਾਂ ਤੇ ਲਗਾਇਆ ਤਾਂ ਕਿ ਉਹ ਬੱਚਾ ਜਿਹੜਾ ਮੋਢੇ ਨੂੰ ਉੱਪਰ ਚੱਕ ਸਕੇ ਤੇ ਬਾਕੀ ਰੂਟੀਨ ਦੇ ਕੰਮਾਂ ਦੇ ਵਿੱਚ ਉਹਦਾ ਸੁਧਾਰ ਆ ਸਕੇ। ਕੱਲ੍ਹ ਰਾਤੀ ਮੇਰੇ ਮੁੰਡੇ ਦਾ ਆਪਰੇਸ਼ਨ ਹੋ ਗਿਆ ਤੇ ਡਾਕਟਰ ਸਾਹਿਬ ਜੀ ਨੇ ਵਿਸ਼ਵਾਸ ਦਿਲਾਇਆ ਕਿ ਆਪਰੇਸ਼ਨ ਬਹੁਤ ਵਧੀਆ ਕੀਤਾ ਉਹਨਾਂ ਨੇ, ਤੇ ਹੁਣ ਉਹਦਾ ਪਲਸਤਰ ਲਾਤਾ। ਪਲਸਤਰ 6 ਵੀਕ ਦੇ ਬਾਅਦ ਉਤਰੂਗਾ ਤੇ ਡਾਕਟਰ ਸਾਹਿਬ ਜੀ ਨੇ ਕਿਹਾ ਹੈ ਪਲਸਤਰ ਖੁੱਲ੍ਹਣ ਤੋਂ ਬਾਅਦ ਬਾਂਹ ਅੱਗੇ ਨਾਲੋਂ ਵਧੀਆ ਕੰਮ ਕਰਨ ਲੱਗ ਜੂਗੀ। ਮੇਰਾ ਨਾਮ ਰਮਨਦੀਪ ਕੌਰ ਹੈ। ਮੈਂ ਲੰਬਾ ਪਿੰਡ ਦੀ ਰਹਿਣ ਵਾਲੀ ਹਾਂ, ਜਲੰਧਰ ਦੇ। ਮੇਰੇ ਹੱਥ 'ਚ ਥੋੜ੍ਹੇ ਜਿਹੇ ਨਸ ਫੁੱਲੀ ਹੋਈ ਸੀ ਤੇ ਮੈਂ ਡਾਕਟਰ ਸਾਹਿਬ ਨੂੰ ਦਿਖਾਇਆ। ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਆਪਰੇਟ ਹੋਣਾ ਹੈ ਤੇ ਤੁਸੀਂ ਇਹਦਾ ਆਪਰੇਟ ਕਰਾ ਲਓ ਤੇ ਬੈਟਰ ਰਹੇਗਾ, ਨਹੀਂ ਤਾਂ ਬਾਅਦ ਵਿੱਚ ਵੱਡੀ ਪ੍ਰੋਬਲਮ ਹੋ ਸਕਦੀ ਆ। ਤੇ ਹੁਣ ਮੇਰਾ ਆਪਰੇਟ ਹੋਣ ਜਾ ਰਿਹਾ ਹੈ। जो दूसरा ऑपरेशन जो हमने किया है, ये एक मिडिल एज लेडी है जिनकी हाथ में गांठ थी जो वैस्कुलर एन्यूरिज्म कहा जाता है। जिसे एन्यूरिज्म का मतलब है जो रक्त वाहिनी होती है जिसमें से खून का बहाव होता है,
वो फूलती जाती है और इसमें रिस्क ये होता है कि अगर वो फूट जाए या किसी इंजरी की वजह से उसमें अगर कोई और परेशानी हो जाए तो फूट जाती है और उसमें से काफ़ी प्रमाण में रक्तस्राव या ब्लड लॉस हो सकता है और ये ऐसी स्थिति में परेशानी बढ़ जाती है। तो इसको हमने गांठ को निकाल के रक्तवाहिनी को फिर से जोड़ दिया है माइक्रो सर्जरी की टेक्निक से। ਇਹ ਬਹੁਤ ਹੀ ਔਖੀ ਸਰਜਰੀਜ਼ ਹੁੰਦੀਆਂ ਨੇ ਤੇ ਇੱਕ ਸਪੈਸ਼ਲਾਈਜ਼ਡ ਸੈਂਟਰ ਦੇ ਵਿੱਚ ਹੀ ਪਰਫਾਰਮ ਕੀਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਸਪੈਸ਼ਲਾਈਜ਼ਡ ਇਨਸਟਰੂਮੈਂਟਸ ਹੁੰਦੇ ਨੇ, ਮਾਈਕਰੋਸਕੋਪਸ ਹੁੰਦੇ ਨੇ। ਇਹੋ ਜਿਹੇ ਡਾਕਟਰਸ ਜਿਹੜੇ ਕਿ ਇਸ ਪ੍ਰੋਬਲਮ ਨਾਲ ਡੀਲ ਕਰ ਚੁੱਕੇ ਹੋਣ ਜਾਂ ਡੀਲ ਕਰਨ ਦੇ ਵਿੱਚ ਸક્ષਮ ਹੋਣ। ਇਸ ਪੇਸ਼ੈਂਟ ਦੀ ਜਦੋਂ ਅਸੀਂ ਗੰਢ ਕੱਢੀ ਹੈ ਤੇ ਉਸ ਤੋਂ ਬਾਅਦ ਖੂਨ ਦਾ ਜਿਹੜਾ ਬਹਾਵ ਹੈ ਇਹ ਵੀ ਰਿਸਟੋਰ ਕੀਤਾ ਤੇ ਉਹ ਪੇਸ਼ੈਂਟ ਦੀ ਦਰਦ ਵੀ ਖਤਮ ਹੋ ਗਈ। ਮੇਰਾ ਨਾਮ ਹਰਮੀਤ ਸਿੰਘ, ਮੈਂ ਮਿਆਣੀ ਪਿੰਡ ਨੀਅਰ ਓਡਮੋ ਟਾਂਡਾ ਤੋਂ ਆ। ਮੇਰਾ 3 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ, ਬਾਈਕ ਐਕਸੀਡੈਂਟ। ਉਹਦੇ ਵਿੱਚ ਮੇਰੇ ਆਹ ਦੀ 2 ਉਂਗਲਾਂ ਤੇ ਇੱਕ ਮੇਰੀ ਲਿਟਲ ਫਿੰਗਰ ਚੀਂਚੀ ਇਹਦੀ ਫ੍ਰੈਕਚਰ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਦਾ ਮੈਂ ਇਲਾਜ ਕਰਾਇਆ ਸੀ ਕਿਸੇ ਲੋਕਲ ਹਸਪਤਾਲ ਤੋਂ। ਉਹਨਾਂ ਨੇ ਸਹੀ ਨਹੀਂ ਕੀਤਾ ਹੈਗਾ ਤੇ ਹੁਣ ਮੇਰੀ ਆ ਸਹੀ ਤਰ੍ਹਾਂ ਵਰਕਿੰਗ ਨਹੀਂ ਕਰਦੀ ਹੈਗੀ ਆ ਜਿਹੜੀ ਮੇਰੀ ਉਂਗਲ ਆ ਤੇ ਹੁਣ ਮੇਰੀ ਸਰਜਰੀ ਹੋਣ ਜਾਂਦੀ ਪਈ ਆ ਤੇ ਮੈਂ ਹੋਪ ਕਰਨਾ ਕਿ ਸਹੀ ਹੋਵੇ। जो तीसरा हमने ऑपरेशन किया है ये एक यंग लड़का है जिसको उंगली में मामूली सी चोट आई थी। दुर्भाग्यवश जो पहले ऑपरेशन किया था उसमें और भी कॉम्प्लिकेशंस हो गए। जो जोड़ था उंगली का वो अपनी जगह से हिल गया, जिसको हम डिसलोकेशन कहते हैं, और जो दूसरा फ्रैक्चर था वो थोड़ा टेढ़ा टेढ़ा जुड़ गया। तो इसको हम कुछ टेक्निक से, जिसको हम डिस्ट्रैक्टर फिक्सेटर कहते हैं, ये जोड़ को हमने फिर से जगह पे ला दिया है ताकि इस नौजवान की हाथ की स्थिति जो है सुधर जाए, अपने काम काज वो ढंग से कर पाए। ਕੱਲ੍ਹ ਮੇਰਾ ਆਪਰੇਸ਼ਨ ਹੋਇਆ ਸੀ ਤੇ ਉਹਦੇ ਵਿੱਚ ਡਾਕਟਰ ਸਾਹਿਬ ਨੇ ਮੇਰਾ ਇੱਥੇ ਫਿਕਸੇਟਰ ਲਾ ਕੇ ਜਿਹੜੀ ਮੇਰਾ ਲਿਟਲ ਫਿੰਗਰ ਦੇ ਫ੍ਰੈਕਚਰ ਸੀ ਉਹਨੂੰ ਸਹੀ ਕੀਤਾ ਤੇ ਉਹਨਾਂ ਨੇ ਕਿਹਾ ਕਿ 3 ਵੀਕਸ ਦਾ ਟਾਈਮ ਆ, ਉਸ ਤੋਂ ਬਾਅਦ ਇਹ ਰਿਮੂਵ ਕਰ ਦੇਣਾ ਤੇ ਮੇਰੀ ਜਿਹੜੀ ਫਿੰਗਰ ਦੀ ਫੰਕਸ਼ਨਿੰਗ ਆ ਦੁਬਾਰਾ ਤੋਂ ਨੋਰਮਲ ਹੋ ਜਾਏਗੀ। मेरा नाम पंकज ठाकुर है। मेरा 2020 में एक्सीडेंट हुआ था। एक्सीडेंट होने के बाद मैंने सर्जरी करवाई थी, लेकिन सर्जरी करवाने के बाद भी मेरा हाथ काम नहीं कर रहा है। मेरे रिलेटिव ने मुझे रंजीत हॉस्पिटल के बारे में बताया। मुझे उम्मीद है कि यहाँ पे ऑपरेट करने के बाद मेरा हाथ बिल्कुल ठीक हो जाएगा और मैं पहले की तरह काम कर सकूँगा। ਚੌਥਾ ਕੇਸ ਬਹੁਤ ਹੀ ਔਖਾ ਆਪਰੇਸ਼ਨ ਸੀਗਾ। ਕਈ ਸਾਲ ਪਹਿਲਾਂ ਉਸ ਪੇਸ਼ੈਂਟ ਨੂੰ ਇੱਕ ਰੋਡ ਟ੍ਰੈਫਿਕ ਐਕਸੀਡੈਂਟ ਦੇ ਵਿੱਚ ਸੱਟ ਲੱਗੀ ਸੀਗੀ, ਜਿਹਦੇ ਕਰਕੇ ਉਹਦੀ ਪੂਰੀ ਬਾਂਹ ਦਾ ਪੈਰਾਲਿਸਿਸ ਹੋ ਗਿਆ ਸੀਗਾ। ਪਰ ਮੋਢਾ ਤੇ ਕੂਣੀ ਟਾਈਮ ਦੇ ਨਾਲ ਰਿਕਵਰ ਕਰ ਗਏ ਸੀਗੇ, ਪਰ ਹੱਥ ਦੇ ਵਿੱਚ ਤੰਗੀ ਪਰਸਿਸਟ ਕਰ ਗਈ ਸੀ। ਉਹਨੇ ਇੱਕ ਆਪਰੇਸ਼ਨ ਕੀਤਾ ਸੀਗਾ, ਉਸ ਤੋਂ ਬਾਅਦ ਆਪਰੇਸ਼ਨ ਹੋਇਆ ਸੀਗਾ, ਉਸ ਤੋਂ ਬਾਅਦ ਉਹਦੇ ਹੱਥ ਦੇ ਵਿੱਚ ਟੇਢਾਪਨ ਇਦਾਂ ਹੱਥ ਉਹਦਾ ਰਹਿ ਗਿਆ ਸੀਗਾ, ਜਿਹਦੇ ਕਰਕੇ ਕੁਝ ਵੀ ਕਿਸੇ ਰੂਟੀਨ ਲਾਈਫ 'ਚ ਕਿਸੇ ਚੀਜ਼ ਨੂੰ ਫੜ ਨਹੀਂ ਸੀ ਸਕਦਾ, ਗਲਾਸ ਨਹੀਂ ਸੀ ਫੜ ਸਕਦਾ, ਗੱਡੀ ਨਹੀਂ ਸੀ ਚਲਾ ਪਾਉਂਦਾ। ਹੁਣ ਇਸ ਵਾਰੀ ਉਹਦਾ ਆਪਰੇਸ਼ਨ ਅਸੀਂ ਇੱਕ ਟੈਂਪਰੇਰੀ ਆਪਰੇਸ਼ਨ ਕੀਤਾ, ਜਿਹਦੇ ਵਿੱਚ ਉਹਦੀ ਹੱਥ ਦੀ ਪੋਜੀਸ਼ਨ ਨੂੰ ਅਸੀਂ ਨਾਰਮਲ ਕੀਤਾ ਤਾਂ ਕਿ ਉਹ ਕਿਸੇ ਵੀ ਚੀਜ਼ ਨੂੰ ਫੜ ਸਕੇ, ਜਿੱਦਾਂ ਕਿ ਗਲਾਸ ਫੜਨਾ, ਮੋਬਾਈਲ ਫੜਨਾ, ਪੈਨ ਫੜਨਾ, ਇਸ ਚੀਜ਼ ਦੇ ਨਾਲ, ਤਾਂ ਕਿ ਉਹ ਇੱਕ ਆਪਣੀ ਰੂਟੀਨ ਲਾਈਫ ਦੇ ਵਿੱਚ ਆਸਾਨੀ ਆ ਜਾਵੇ। ਟੈਂਪਰੇਰੀ ਇਸ ਤਰ੍ਹਾਂ ਹੈਗਾ ਕਿਉਂਕਿ ਇਹ ਬਹੁਤ ਆਪਰੇਸ਼ਨ ਪਹਿਲਾਂ ਪੇਸ਼ੈਂਟ ਕਰਵਾ ਚੁੱਕਾ ਹੈ ਤੇ ਅਸੀਂ ਉਹਨੂੰ ਟਾਈਮ ਦਿੱਤਾ ਕਿ ਇੱਕ ਜਿਹੜਾ ਪਰਮਾਨੈਂਟ ਆਪਰੇਸ਼ਨ ਹੈ ਉਹਨੂੰ ਐਕਸੈਪਟ ਕਰ ਸਕੇ। ਹਮੇਸ਼ਾ ਅਸੀਂ ਪੇਸ਼ੈਂਟਸ ਨੂੰ ਕੰਫਰਟੇਬਲ ਫੀਲ ਕਰਵਾਉਂਦੇ ਹਾਂ ਇਸ ਚੀਜ਼ ਨੂੰ ਲੈ ਕੇ ਕਿ ਪੇਸ਼ੈਂਟਸ ਦੇ ਕੋਈ ਵੀ ਸਰਜਰੀਜ਼ ਨੂੰ ਅਸੀਂ ਇੰਪੋਜ਼ ਨਾ ਕਰੀਏ, ਇੱਕ ਉਹਨੂੰ ਟਾਈਮ ਦੇਈਏ ਉਸ ਚੀਜ਼ ਨੂੰ ਅਬਜ਼ੌਰਬ ਕਰਨ ਲਈ। ਕਿ ਇੱਕ ਕਈ ਆਪਰੇਸ਼ਨਸ ਹੁੰਦੇ ਨੇ ਜਿਹੜੇ ਕਿ ਪੇਸ਼ੈਂਟ ਨੂੰ ਵੀ ਸਮਝਣੇ ਚਾਹੀਦੇ ਨੇ ਕਿ ਸਾਨੂੰ ਕੁਝ ਟਾਈਮ ਲੱਗਦਾ ਹੈ ਸਰਜਰੀ ਨਾਲ ਐਡਜਸਟ ਹੋਣ ਦੇ। ਸੋ ਇੱਕ ਪੇਸ਼ੈਂਟ ਕਾਫੀ ਕੰਫਰਟੇਬਲ ਹੋਇਆ ਉਸ ਆਪਰੇਸ਼ਨ ਤੋਂ ਬਾਅਦ ਤੇ ਉਹ ਹੁਣ ਸਾਡੇ ਕੋਲ परमानेंट ऑपरेशन करवाने लिए भी अगले कैंप के ਵਿੱਚ जुड़ेंगे। अभी मेरी सर्जरी हुई है और बहुत अच्छी हुई है। डॉक्टर साहब ने अभी इसमें वायरिंग कर दी हुई है। जैसे कि मैं पहले हाथ और फिंगर से कुछ भी नहीं पकड़ पा रहा था,
अब मैं पेंसिल अभी ट्रायल मोड पे पकड़ पा रहा हूँ। तो डॉक्टर साहब ने कहा है कि 15 दिन में दिखाने के बाद धीरे धीरे आपकी जो फिंगर्स हैं मूवमेंट करने लगेंगी। उसके बाद ये अभी ट्रायल था ऑपरेशन का, इसके बाद फाइनल सर्जरी कर देंगे। तो अभी तक तो मैं फिंगर्स जैसे पहले हिला नहीं पा रहा था, अब मेरे हाथ में हल्की हल्की मूवमेंट आ रही है। तो आई होप कि फाइनल जब सर्जरी होएगी तो बिल्कुल मेरा हाथ काम करने लगेगा। तो हम उम्मीद करते हैं कि हमारे इस प्रयास से हमारी ये जो पहल है हैंड सर्जरी को, या हाथ के जो कार हैं, हाथ की जो परेशानियां, जो इंजरीज हैं, ये हम देश के कोने कोने में हम ले जा पाए, हमारे पेशेंट्स को भी एक मौका मिले वर्ल्ड क्लास केयर का। तो मैं आपसे आह्वान करना चाहता हूँ कि अगले हैंड सर्जरी कैंप में आप हमसे जुड़ें। ऐसी कोई भी व्यक्ति हो जिसको हाथ की कलाई या गुट की या कोहनी की या नसों की बचपन से किसी प्रकार का हाथ का प्रॉब्लम हो, जैसे उंगलियां जुड़ी रहना या तो अंगूठा ना होना, जो भी हो, आप हमसे मिलें ज़रूर। आप सलाह प्राप्त करें और इलाज के बारे में जानकारी प्राप्त करें, और फिर उस हिसाब से आप निर्णय लें कि उचित तरीके से ऑपरेशन या उचित सलाह से आपके हाथ की समस्या का हम निवारण कर पाएँ और आपकी ज़िंदगी में बदलाव ले आए। मैं आपका आभारी हूँ, मैं आपका धन्यवाद करना चाहता हूँ कि आप हमसे जुड़े हैं, और मैं आपसे फिर से नम्र निवेदन करना चाहता हूँ, एक आह्वान करना चाहता हूँ कि आप लोग हमसे जुड़ें। इस मैसेज को, इस वीडियो को आप बढ़ाएं आगे, ताकि लोगों तक ये पहुँचे, लोगों को पता चले कि हैंड सर्जरी भी एक ऐसी स्पेशलिटी है कि जहाँ पे हम लोगों की मदद कर पाए। धन्यवाद। रंजीत हॉस्पिटल सदा तुहाडी सेवा च हाज़र।